बच्चों आज की इस वीडियो में पढ़ांगे पाठ 11 मुगल साम्राज। इस पाठ में असीं मुगलों के साम्राज बारे बड़े विस्तार नाल पढ़ांगे। अगर तुसीं इस पाठ नूं ध्यान नाल सुनोगे तो तुसीं छोटे वड्डे प्रश्नों के उत्तर बड़े आराम नाल दे पाओगे। तो पाठ शुरू करते हैं। 15वीं सदी विच भारतीय उप महाद्वीप कई छोटे छोटे राज्यों में वंडिया होया सी। ਇਹ ਰਾਜ ਆਪਣੀ ਪ੍ਰਭੂਸੱਤਾ ਲਈ ਆਪਸ ਵਿੱਚ ਲੜਦੇ ਝਗੜਦੇ ਸਨ। ਦਿੱਲੀ ਸਲਤਨਤ ਦੇ ਆਖਰੀ ਸੁਲਤਾਨ ਇਬਰਾਹਿਮ ਲੋਧੀ ਨੇ ਪੰਜਾਬ ਦੇ ਸੂਬੇਦਾਰ ਦੌਲਤ ਖਾਨ ਲੋਧੀ ਨਾਲ ਬੁਰਾ ਸਲੂਕ ਅਤੇ ਉਸ ਦੇ ਪੁੱਤਰ ਦਾ ਅਪਮਾਨ ਕੀਤਾ ਸੀ। ਇਸ ਕਰਕੇ ਦੌਲਤ ਖਾਨ ਲੋਧੀ ਅਤੇ ਮੇਵਾੜ ਦੇ ਸ਼ਾਸਕ ਰਾਣਾ ਸਾਗਾ ਨੇ ਕਾਬੁਲ ਦੇ ਸ਼ਾਸਕ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਲਈ ਬੁਲਾਇਆ। ਬਾਬਰ ਨੇ 1526 ਈਸਵੀ ਵਿੱਚ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਇਬਰਾਹਿਮ ਲੋਧੀ ਨੂੰ ਹਰਾਇਆ। तो बच्चों याद रखने वाली किहड़ियां गल्लां वा दिल्ली दे सल्तनत का नाम की सीगा इब्राहिम लोधी ते पंजाब के सूबेदार का नाम सीगा दौलत खां लोधी। काबुल का शासक सी उस टाइम बाबर ते मेवाड़ के शासक का नाम सीगा राणा सागा। ये सारे 15वीं सदी की गल कर रहे हैं। 15वीं सदी में की पांच छोटे छोटे राज्यों में वंडिया होया सीगा। हर एक जिहड़ा राज सी वो दूसरे राज नूं हड़पना चाहता सी, उहदे उपर अपना कब्जा करना चाहता सीगा। तो जिहड़ा दिल्ली का सल्तनत सीगा इब्राहिम लोधी उन्हें पंजाब के सूबेदार दे नाल बुरा सलूक किया सीगा ते उहदे पुत्र का अपमान किया सीगा। ते दौलत खान लोधी ने मेवाड़ के शासक राणा सागा दे नाल मिल के जिहड़ा काबुल का शासक सी उस टाइम बाबर उन्होंने भारत उत्ते हमला करने लई सद्दा भेजिया सीगा। ते बाबर ने उन्हां दा सद्दा मनदे होए 1526 ईस्वी विच इब्राहिम लोधी नाल पानीपत की पहली लड़ाई की और इब्राहिम लोधी नूं हराया। बच्चों ये बड़ा इंपॉर्टेंट क्वेश्चन आता होंगे कि पानीपत की पहली लड़ाई कदों हुई। पानीपत की पहली लड़ाई 1526 ईस्वी में हुई सी, पानीपत विच हुई सी और इब्राहिम लोधी के नाल हुई सी। ठीक है, अगे आ मुगल कौन सन। मुगल मध्य एशिया के बंगोल शासक चंगेज़ खान के उत्तराधिकारी सन। इन्होंने भारत की धन दौलत बारे सुनिया सी, ਉਹ ਇਸ ਨੂੰ ਪ੍ਰਾਪਤ ਕਰਨਾ ਚਾਹੁੰਦੇ ਸਨ। ਇਸ ਲਈ ਉਹਨਾਂ ਨੇ ਭਾਰਤ 'ਤੇ ਲਗਾਤਾਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਨਤੀਜੇ ਵਜੋਂ 1526 ਈਸਵੀ ਵਿੱਚ ਬਾਬਰ ਨੇ ਇਬਰਾਹਿਮ ਲੋਧੀ ਨੂੰ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਹਰਾ ਕੇ ਮੁਗਲ ਸਾਮਰਾਜ ਦੀ ਨੀਂਹ ਰੱਖੀ। ਤਾਂ ਬੱਚਿਓ ਮੁਗਲ ਕੌਣ ਸੀਗੇ? ਇਹ ਮੱਧ ਏਸ਼ੀਆ ਦੇ ਜਿਹੜੇ ਮੰਗੋਲ ਸੀਗੇ ਉਹਨਾਂ ਦੇ ਖਾਨਦਾਨ 'ਚੋਂ ਸੀਗੇ। ਚੰਗੇਜ਼ ਖਾਨ ਦੇ ਜਿਹੜੇ ਉੱਤਰਾਧਿਕਾਰੀ ਸੀਗੇ। ਇਹ ਕਿੱਥੇ ਸੀਗੇ? ਮੱਧ ਏਸ਼ੀਆ ਦੇ ਜਿਹੜੇ ਮੰਗੋਲ ਸੀਗੇ ਉਹਨਾਂ ਦੇ ਉੱਤਰਾਧਿਕਾਰੀ ਸੀਗੇ। ਤੇ ਇਹਨਾਂ ਨੇ ਵੀ ਭਾਰਤ ਦੀ ਧਨ ਦੌਲਤ ਬਾਰੇ ਸੁਣਿਆ ਸੀਗਾ। ਜਿਵੇਂ ਤੁਸੀਂ ਪੜ੍ਹਿਆ ਹੋਏਗਾ ਪਹਿਲੇ ਕਿ ਜਿਹੜਾ ਭਾਰਤ ਸੀ ਉਹਨੂੰ ਪਹਿਲੇ ਸੋਨੇ ਦੀ ਚਿੜੀਆ ਕਿਹਾ ਜਾਂਦਾ ਸੀਗਾ। ਤੇ ਇਹ ਉਹੀ ਧਨ ਦੌਲਤ ਲੈਣਾ ਚਾਹੁੰਦੇ ਸੀਗੇ। ਇਸ ਕਰਕੇ ਇਹਨਾਂ ਨੇ ਭਾਰਤ ਉੱਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਤੇ ਆਖਿਰ 'ਚ ਕੀ ਹੋਇਆ ਕਿ ਬਾਬਰ ਨੇ 1526 ਈਸਵੀ ਵਿੱਚ ਪਾਣੀਪਤ ਦੀ ਲੜਾਈ ਕੀਤੀ, ਇਬਰਾਹਿਮ ਲੋਧੀ ਨੂੰ ਹਰਾਇਆ ਤੇ ਮੁਗਲ ਸਾਮਰਾਜ ਦੀ ਨੀਂਹ ਰੱਖੀ। ਮੁਗਲ ਬਾਦਸ਼ਾਹ, ਪਹਿਲਾ ਬਾਦਸ਼ਾਹ ਕੌਣ ਸੀਗਾ? ਬਾਬਰ। 1526 ਤੋਂ 1530 ਈਸਵੀ ਤੱਕ ਸੀ ਇਹਦਾ ਸ਼ਾਸਨ ਕਾਲ। ਦੂਸਰਾ ਕੌਣ ਸੀਗਾ? ਹਿਮਾਂਜੂ, ਜਿਹੜਾ ਕਿ ਬਾਬਰ ਦਾ ਪੁੱਤਰ ਸੀਗਾ। ਇਹਦਾ ਸ਼ਾਸਨ ਕਾਲ ਸੀ 1530 ਤੋਂ 1540 ਈਸਵੀ। ਤੀਸਰਾ ਸੀਗਾ ਅਕਬਰ, ਇਹਦਾ ਸੀਗਾ 1556 ਤੋਂ 1605 ਈਸਵੀ। ਅਕਬਰ ਦਾ ਪੁੱਤਰ ਸੀ ਜਹਾਂਗੀਰ, ਇਹਦਾ ਸ਼ਾਸਨ ਕਾਲ ਸੀ 1605 ਤੋਂ 1627 ਈਸਵੀ। ਜਹਾਂਗੀਰ ਦਾ ਪੁੱਤਰ ਸੀ ਸ਼ਾਹਜਹਾਂ, ਇਹਦਾ ਸ਼ਾਸਨ ਕਾਲ ਸੀ 1628 ਤੋਂ 1657 ਈਸਵੀ। ਅਗਲਾ ਸ਼ਾਸਕ ਸੀ ਔਰੰਗਜ਼ੇਬ, ਇਹਦਾ ਸ਼ਾਸਨ ਕਾਲ ਸੀ 1658 ਤੋਂ 1707 ਈਸਵੀ। ਹੁਣ ਅਸੀਂ ਪੜ੍ਹਾਂਗੇ ਬਾਬਰ ਬਾਰੇ। ਬਾਬਰ ਮੁਗਲ ਸਾਮਰਾਜ ਦਾ ਪਹਿਲਾ ਸ਼ਾਸਕ ਸੀ। ਉਹ ਦੌਲਤ ਖਾਨ ਲੋਧੀ ਅਤੇ ਮੇਵਾੜ ਦੇ ਸ਼ਾਸਕ ਰਾਣਾ ਸਾਗਾ ਦੇ ਸੱਦੇ ਉੱਤੇ ਮੱਧ ਏਸ਼ੀਆ ਤੋਂ ਭਾਰਤ ਆਇਆ ਸੀ। ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿੰਨੇ ਬੁਲਾਇਆ ਸੀ? ਦੌਲਤ ਖਾਨ ਲੋਧੀ ਨੇ ਤੇ ਮੇਵਾੜ ਦੇ ਰਾਜਾ ਰਾਣਾ ਸਾਗਾ ਨੇ ਬੁਲਾਇਆ ਸੀਗਾ। ਠੀਕ ਹੈ। ਬਾਬਰ ਦੀਆਂ ਜਿੱਤਾਂ। 1526 ਈਸਵੀ ਵਿੱਚ ਬਾਬਰ ਨੇ ਇਬਰਾਹਿਮ ਲੋਧੀ ਨੂੰ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਹਰਾ ਕੇ ਦਿੱਲੀ ਅਤੇ ਆਗਰੇ 'ਤੇ ਕਬਜ਼ਾ ਕਰ ਲਿਆ। ਬਾਬਰ ਦੁਆਰਾ ਅਜਿਹਾ ਕਰਨ ਕਰਕੇ ਰਾਣਾ ਸਾਗਾ ਬਾਬਰ ਦੇ ਨਾਲ ਨਾਰਾਜ਼ ਹੋ ਗਿਆ। ਉਸਨੇ ਬਾਬਰ ਦੇ ਵਿਰੁੱਧ ਇੱਕ ਵਿਸ਼ਾਲ ਸੈਨਾ ਭੇਜੀ। ਬਾਬਰ ਨੇ ਰਾਣਾ ਸਾਗਾ ਨੂੰ 1527 ਈਸਵੀ ਵਿੱਚ ਕਨਵਾਹਾ ਦੀ ਲੜਾਈ ਵਿੱਚ ਹਰਾ ਦਿੱਤਾ। ਇਸ ਤਰ੍ਹਾਂ ਬਾਬਰ ਨੇ ਉੱਤਰੀ ਭਾਰਤ 'ਤੇ ਅਧਿਕਾਰ ਕਰ ਲਿਆ। ਉਸਨੇ 1528 ਈਸਵੀ ਵਿੱਚ ਚੰਦੇਰੀ ਦੀ ਲੜਾਈ ਵਿੱਚ ਰਾਜਪੂਤਾਂ ਨੂੰ ਬੁਰੀ ਤਰ੍ਹਾਂ ਹਰਾਇਆ। 1529 ਈਸਵੀ ਵਿੱਚ ਬਾਬਰ ਨੇ ਅਫਗਾਨਾਂ ਨੂੰ ਕਾਗਰਾ ਦੀ ਲੜਾਈ ਵਿੱਚ ਹਰਾਇਆ ਸੀ। 1530 ਈਸਵੀ ਵਿੱਚ ਬਾਬਰ ਦੀ ਮੌਤ ਹੋ ਗਈ ਅਤੇ ਉਸਦਾ ਪੁੱਤਰ ਹਿਮਾਂਜੂ ਦਾ ਉੱਤਰਾਧਿਕਾਰੀ ਨਿਯੁਕਤ ਹੋਇਆ। ਤਾਂ ਬੱਚਿਓ ਬਾਬਰ ਦੀ ਪਹਿਲੀ ਜਿੱਤ ਕਿਹੜੀ ਸੀਗੀ? ਜਿਹੜੀ ਉਹਨੇ ਪਾਣੀਪਤ ਦੀ ਲੜਾਈ ਕੀਤੀ ਸੀ 1526 ਈਸਵੀ ਵਿੱਚ।
ਉਹਦੇ ਵਿੱਚ ਉਹਨੇ ਇਬਰਾਹਿਮ ਲੋਦੀ ਨੂੰ ਹਰਾ ਕੇ ਦਿੱਲੀ ਤੇ ਆਗਰਾ ਤੇ ਆਪਣਾ ਕਬਜ਼ਾ ਕਰ ਲਿਆ, ਜਿਹਦੇ ਕਰਕੇ ਰਾਣਾ ਸਾਗਾ ਨਾਰਾਜ਼ ਹੋ ਗਿਆ। ਉਹਨੇ 1527 ਈਸਵੀ ਵਿੱਚ ਰਾਣਾ ਸਾਗਾ ਨੇ 1527 ਈਸਵੀ ਵਿੱਚ ਆਪਣੀ ਸੈਨਾ ਭੇਜੀ ਤੇ ਰਾਣਾ ਸਾਗਾ ਦੇ ਨਾਲ ਬਾਬਰ ਦੀ ਲੜਾਈ ਹੋਈ ਸੀ, ਕਨਵਾਹਾ ਦੀ ਲੜਾਈ, ਜਿਹਦੇ ਵਿੱਚ ਰਾਣਾ ਸਾਗਾ ਹਾਰ ਗਿਆ ਤੇ ਬਾਬਰ ਨੇ ਉੱਤਰੀ ਭਾਰਤ ਉੱਪਰ ਵੀ ਅਧਿਕਾਰ ਕਰ ਲਿਆ। ਠੀਕ ਹੈ। ਫਿਰ ਉਸ ਤੋਂ ਅਗਲੇ ਸਾਲ 1528 ਈਸਵੀ ਦੇ ਵਿੱਚ ਰਾਜਪੂਤਾਂ ਦੇ ਨਾਲ ਲੜਾਈ ਹੋਈ ਸੀ, ਜਿਹੜੀ ਲੜਾਈ ਚੰਦੇਰੀ ਦੀ ਲੜਾਈ ਨਾਲ ਜਾਣੀ ਜਾਂਦੀ ਹੈ। ਇਹਦੇ ਵਿੱਚ ਜਿਹੜੇ ਰਾਜਪੂਤ ਸੀ ਬੁਰੀ ਤਰ੍ਹਾਂ ਹਾਰ ਗਏ ਸੀ। ਫਿਰ ਉਸ ਤੋਂ ਅਗਲੇ ਸਾਲ 1529 ਈਸਵੀ ਵਿੱਚ ਬਾਬਰ ਨੇ ਅਫਗਾਨਾਂ ਦੇ ਨਾਲ ਲੜਾਈ ਕੀਤੀ। ਇਸ ਲੜਾਈ ਨੂੰ, ਅਫਗਾਨਾਂ ਦੀ ਲੜਾਈ ਨੂੰ ਅਸੀਂ ਘਾਗਰਾ ਦੀ ਲੜਾਈ ਨਾਲ ਜਾਣਦੇ ਹਾਂ। ਠੀਕ ਹੈ। ਇਸ ਲੜਾਈ ਵਿੱਚ ਵੀ ਜਿਹੜੇ ਅਫਗਾਨ ਸੀਗੇ ਉਹ ਹਾਰ ਗਏ ਸੀਗੇ। ਠੀਕ ਹੈ। ਆਖਿਰ ਵਿੱਚ 1530 ਈਸਵੀ ਵਿੱਚ ਬਾਬਰ ਦੀ ਮੌਤ ਹੋ ਗਈ ਔਰ ਉਹਦਾ ਜਿਹੜਾ ਪੁੱਤਰ ਸੀਗਾ ਉਹ ਉੱਤਰਾਧਿਕਾਰੀ ਬਣਿਆ ਸੀਗਾ। ਤੇ ਬਾਬਰ ਨੇ ਕਿਹੜੀਆਂ ਲੜਾਈਆਂ ਲੜੀਆਂ ਸੀਗੀਆਂ? ਇੱਕ ਤੇ ਪਾਣੀਪਤ ਦੀ ਲੜਾਈ, ਇੱਕ ਕਨਵਾਹਾ ਦੀ ਲੜਾਈ, ਠੀਕ ਹੈ ਨਾ, ਜਿਹੜੀ ਰਾਣਾ ਸਾਗਾ ਨਾਲ ਹੋਈ, ਇੱਕ ਰਾਜਪੂਤਾਂ ਨਾਲ ਹੋਈ ਸੀਗੀ ਉਹ ਚੰਦੇਰੀ ਦੀ ਲੜਾਈ, ਇੱਕ ਅਫਗਾਨਾਂ ਨਾਲ ਹੋਈ ਸੀ ਜਿਹਨੂੰ ਅਸੀਂ ਘਾਗਰਾ ਦੀ ਲੜਾਈ ਨਾਲ ਜਾਣਦੇ ਹਾਂ। ਠੀਕ ਹੈ। ਹੁਣ ਅਸੀਂ ਪੜ੍ਹਾਂਗੇ ਹਿਮਾਯੂ ਬਾਰੇ। 1530 ਈਸਵੀ ਵਿੱਚ ਬਾਬਰ ਦੀ ਮੌਤ ਹੋ ਜਾਣ ਕਰਕੇ ਉਸਦਾ ਪੁੱਤਰ ਹਿਮਾਯੂ ਮੁਗਲ ਬਾਦਸ਼ਾਹ ਬਣਿਆ। 1540 ਈਸਵੀ ਵਿੱਚ ਸ਼ੇਰ ਸ਼ਾਹ ਸੂਰੀ ਨੇ ਉਸ ਨੂੰ ਹਰਾ ਕੇ ਭਾਰਤ ਤੋਂ ਬਾਹਰ ਕੱਢ ਦਿੱਤਾ। ਪਰੰਤੂ 1555 ਈਸਵੀ ਵਿੱਚ ਹਿਮਾਯੂ ਨੇ ਸ਼ੇਰ ਸ਼ਾਹ ਸੂਰੀ ਦੇ ਉੱਤਰਾਧਿਕਾਰੀ ਸਿਕੰਦਰ ਸੂਰੀ ਨੂੰ ਹਰਾ ਕੇ ਦੁਬਾਰਾ ਦਿੱਲੀ 'ਤੇ ਅਧਿਕਾਰ ਕਰ ਲਿਆ। 1556 ਈਸਵੀ ਵਿੱਚ ਹਿਮਾਯੂ ਦੀ ਮੌਤ ਹੋ ਗਈ। ਤੇ ਬੱਚੋ ਜਦੋਂ ਬਾਬਰ ਦੀ ਮੌਤ ਹੋ ਗਈ 1530 ਈਸਵੀ ਵਿੱਚ, ਉਹਦਾ ਜਿਹੜਾ ਪੁੱਤਰ ਸੀਗਾ ਹਿਮਾਯੂ ਉਹ ਮੁਗਲ ਬਾਦਸ਼ਾਹ ਬਣਿਆ। ਠੀਕ ਹੈ। ਉਹਨੇ 10 ਸਾਲ ਸ਼ਾਸਨ ਕੀਤਾ। 1540 ਈਸਵੀ ਦੇ ਵਿੱਚ ਜਿਹੜਾ ਸ਼ੇਰ ਸ਼ਾਹ ਸੂਰੀ ਸੀਗਾ ਉਹਨੇ ਹਿਮਾਯੂ ਨੂੰ ਹਰਾ ਕੇ ਭਾਰਤ ਵਿੱਚੋਂ ਹੀ ਬਾਹਰ ਕੱਢ ਦਿੱਤਾ। ਠੀਕ ਹੈ। ਤੇ ਫਿਰ ਕੀ ਹੋਇਆ? 1555 ਈਸਵੀ ਵਿੱਚ 15 ਸਾਲਾਂ ਬਾਅਦ ਹਿਮਾਯੂ ਨੇ ਫਿਰ ਸ਼ੇਰ ਸ਼ਾਹ ਸੂਰੀ ਦੇ ਜਿਹੜਾ ਉੱਤਰਾਧਿਕਾਰੀ ਸੀਗਾ, ਉਹਦਾ ਜਿਹੜਾ ਪੁੱਤਰ ਸੀਗਾ ਸ਼ੇਰ ਸ਼ਾਹ ਸੂਰੀ ਦਾ, ਸਿਕੰਦਰ ਸੂਰੀ, ਉਹਨੂੰ ਹਰਾ ਕੇ ਦੁਬਾਰਾ ਦਿੱਲੀ ਦਾ ਬਾਦਸ਼ਾਹ ਬਣ ਗਿਆ, ਦਿੱਲੀ 'ਤੇ ਅਧਿਕਾਰ ਕਰ ਲਿਆ। ਤੇ 1556 ਈਸਵੀ ਵਿੱਚ ਹਿਮਾਯੂ ਦੀ ਮੌਤ ਹੋ ਗਈ ਸੀ।